ਸਾਥੀਓ ਸਤਿ ਸ੍ਰੀ ਅਕਾਲ। ਅੱਜ ਦੀ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਪਾਠ ਨੰਬਰ 23 ਭਾਰਤ ਅਤੇ ਸ਼ਾਰਕ ਬਾਰੇ ਵਿਸਥਾਰਪੂਰਵਕ ਚਰਚਾ ਕਰਾਂਗੇ। ਅੱਗੇ ਸਟਾਰਟ ਕਰਦੇ ਰਹੇ ਆਪਾਂ। ਭੂਮਿਕਾ ਦੇ ਵਿੱਚ 20ਵੀਂ ਸਦੀ ਨੂੰ ਅੰਤਰਰਾਸ਼ਟਰੀ ਸੰਗਠਨ ਦੀ ਸਦੀ ਕਿਹਾ ਜਾਂਦਾ ਹੈ, ਕਿਉਂਕਿ ਇਸ ਸਦੀ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨਾਂ ਦਾ ਨਿਰਮਾਣ ਹੋਇਆ। ਅਜਿਹਾ ਹੀ ਇੱਕ ਸੰਗਠਨ ਹੈ ਸਾਰਕ। ਇਸ ਦਾ ਪੂਰਾ ਨਾਮ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ। ਇਸ ਦਾ ਨਿਰਮਾਣ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਦੀਆਂ ਆਰਥਿਕ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਬੰਗਲਾਦੇਸ਼ ਦੇ ਪ੍ਰਧਾਨ ਰਾਸ਼ਟਰਪਤੀ ਜ਼ਿਆ ਉਰ ਰਹਿਮਾਨ ਦੇ ਸੁਝਾਅ ਨਾਲ 8 ਦਸੰਬਰ 1985 ਨੂੰ ਵਿੱਚ ਭਾਰਤ ਅਤੇ ਇਸ ਦੇ ਗੁਆਂਢੀ ਦੇਸ਼ਾਂ ਦੁਆਰਾ ਕੀਤਾ ਗਿਆ। ਇਸ ਵਿੱਚ ਮੁੱਢਲੇ ਮੈਂਬਰ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਮਾਲਦੀਵ ਅਤੇ ਸ੍ਰੀਲੰਕਾ ਹਨ। ਅਫਗਾਨਿਸਤਾਨ ਨੂੰ 2007 ਵਿੱਚ ਸਾਰਕ ਦੇ 8ਵੇਂ ਮੈਂਬਰ ਰੂਪ ਵਿੱਚ ਸ਼ਾਮਲ ਕੀਤਾ ਗਿਆ, ਜਦੋਂ ਕਿ ਯੂਰਪੀ ਸੰਘ, ਚੀਨ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਆਦਿ ਇਸ ਦੇ ਨਿਗਰਾਨ ਮੈਂਬਰ ਹਨ। ਦੇਖ ਸਕਦੇ ਰਹੇ ਆਪਾਂ ਇਹ ਪਿਕਚਰ ਦੇ ਵਿੱਚ ਜ਼ਿਆ ਉਰ ਰਹਿਮਾਨ ਦੀ ਪਿਕਚਰ ਆ ਜਿਹੜੀ ਉਹ, ਜਿਹਦੇ ਯਤਨਾਂ ਸਦਕਾ ਜਿਹੜਾ ਇਹ ਸਾਰਕ ਬਣਿਆ। ਇਹਦੇ ਮੈਂਬਰ ਦੇਸ਼ਾਂ ਦੇ ਜਿਹੜੇ ਫਲਾਇੰਗ ਨੇ ਝੰਡੇ ਨੇ ਗੇ। ਉਸ ਤੋਂ ਅੱਗੇ ਇਹਦੇ ਉਦੇਸ਼, ਸਾਰਕ ਦੇ ਉਦੇਸ਼ ਖੇਤਰ ਦੀ ਜਨਤਾ ਲਈ ਕਲਿਆਣਕਾਰੀ ਕੰਮ ਕਰਨਾ, ਜਨਤਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਸਮੱਸਿਆਵਾਂ ਨਾਲ ਮਿਲ ਕੇ ਲੜਨਾ, ਉਪ ਮਹਾਂਦੀਪੀ ਰਾਸ਼ਟਰਾਂ ਵਿੱਚ ਸੱਭਿਆਚਾਰਕ, ਆਰਥਿਕ, ਸਮਾਜਿਕ ਸੁਝਾਅ ਨੂੰ ਵਧਾਉਣਾ, ਅੱਤਵਾਦ ਨਾਲ ਮਿਲ ਕੇ ਲੜਨਾ, ਜਾਅਲੀ ਕਰੰਸੀ, ਡਰੱਗਸ, ਸਾਈਬਰ ਕ੍ਰਾਈਮ ਨੂੰ ਨੱਥ ਪਾਉਣਾ, ਤਕਨੀਕੀ, ਉਦਯੋਗਿਕ ਆਦਿ ਗਿਆਨ ਦਾ ਵਟਾਂਦਰਾ ਕਰਨਾ, ਇਹ ਉਦੇਸ਼ ਸੀ ਇਹਦੇ। ਉਸ ਤੋਂ ਅੱਗੇ ਸੰਗਠਨ, ਸਾਰਕ ਦਾ ਸੰਗਠਨ ਸਿਖਰ ਸੰਮੇਲਨ। ਸਾਰਕ ਦੀ ਅਨੁਛੇਦ 3 ਅਨੁਸਾਰ ਹਰ ਸਾਲ ਵਿੱਚ ਇੱਕ ਵਾਰ ਇਸ ਦਾ ਸੰਮੇਲਨ ਹੋਣਾ ਜ਼ਰੂਰੀ ਹੈ, ਪਰੰਤੂ ਭਾਰਤ ਪਾਕਿਸਤਾਨ ਦੇ ਖਰਾਬ ਸੰਬੰਧਾਂ ਕਰਕੇ ਅਕਸਰ ਇਸ ਦੇ ਕਈ ਸੰਮੇਲਨ ਰੱਦ ਜਾਂ ਲੇਟ ਹੋਏ ਹਨ। ਮੰਤਰੀ ਪਰਿਸ਼ਦ ਅਨੁਛੇਦ 4 ਅਨੁਸਾਰ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੂੰ ਸਾਰਕ ਦੀ ਪਰਿਸ਼ਦ ਕਿਹਾ ਜਾਂਦਾ ਹੈ। ਇਹਨਾਂ ਦੀ 6 ਮਹੀਨਿਆਂ ਵਿੱਚ ਇੱਕ ਬੈਠਕ ਹੋਣੀ ਜ਼ਰੂਰੀ ਹੈ। ਸਥਾਈ ਸਮਿਤੀ ਅਨੁਛੇਦ 5 ਅਨੁਸਾਰ ਮੈਂਬਰ ਦੇਸ਼ਾਂ ਦੇ ਸਕੱਤਰਾਂ ਨੂੰ ਅਜਿਹੀ ਸਥਾਈ ਸਮਿਤੀ ਕਿਹਾ ਜਾਂਦਾ ਹੈ ਜਿਸ ਦਾ ਕੰਮ ਸਾਰਕ ਦਾ ਪ੍ਰੋਗਰਾਮ ਨਿਰਧਾਰਿਤ ਕਰਨਾ ਹੈ। ਤਕਨੀਕੀ ਸਮਿਤੀ ਅਨੁਛੇਦ 6 ਅਨੁਸਾਰ ਮੈਂਬਰ ਦੇਸ਼ਾਂ ਦੇ ਅਲੱਗ ਅਲੱਗ ਖੇਤਰਾਂ ਵਿੱਚ ਮਾਹਰ ਵਿਅਕਤੀ ਇਸ ਦੀ ਤਕਨੀਕੀ ਸਮਿਤੀ ਹਨ, ਜਿਨ੍ਹਾਂ ਦਾ ਕੰਮ ਵਿਕਾਸ ਦੀਆਂ ਸੰਭਾਵਨਾਵਾਂ ਪਤਾ ਲਗਾਉਣਾ ਹੈ। ਸਕੱਤਰੇਤ ਅਨੁਛੇਦ 8 ਅਨੁਸਾਰ ਸਾਰਕ ਦੇ ਸਕੱਤਰੇਤ ਦੀ ਸਥਾਪਨਾ ਕੀਤੀ ਗਈ। ਇਸ ਦਾ ਮੁੱਖ ਕੰਮ ਸਾਰਕ ਦੇ ਮੈਂਬਰਾਂ ਦੇਸ਼ਾਂ ਵਿੱਚ ਤਾਲਮੇਲ
ਤਾਲਮੇਲ, ਰਿਕਾਰਡ ਰੱਖਣਾ, ਬੈਠਕਾਂ ਦਾ ਪ੍ਰਬੰਧ ਕਰਨਾ ਆਦਿ ਇਸ ਦਾ ਮੁੱਖ ਦਫ਼ਤਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਹੈ। ਇਸ ਦੇ ਕਾਰਜ ਪ੍ਰਬੰਧਕ ਨੂੰ ਮਹਾਂ ਸਕੱਤਰ ਕਿਹਾ ਜਾਂਦਾ ਹੈ, ਜੋ ਕਿ ਮੈਂਬਰ ਦੇਸ਼ਾਂ ਵਿੱਚ 2 ਸਾਲ ਲਈ ਚੁਣਿਆ ਜਾਂਦਾ ਹੈ। ਉਸ ਤੋਂ ਅੱਗੇ ਸਾਰਕ ਦੇ ਸਿਖਰ ਸੰਮੇਲਨ। ਪਹਿਲਾ ਸਿਖਰ ਸੰਮੇਲਨ ਸਾਰਕ ਦਾ ਪਹਿਲਾ ਸਿਖਰ ਸੰਮੇਲਨ 7-8 ਦਸੰਬਰ 1985 ਨੂੰ ਢਾਕਾ ਵਿੱਚ ਹੋਇਆ। ਇਸ ਵਿੱਚ ਸਾਰਕ ਦੇ 10 ਸੂਤਰੀ ਚਾਰਟ ਨੂੰ ਸਵੀਕਾਰ ਕੀਤਾ ਗਿਆ। ਦੂਸਰਾ ਸਿਖਰ ਸੰਮੇਲਨ ਸਾਰਕ ਦਾ ਦੂਸਰਾ ਸਿਖਰ ਸੰਮੇਲਨ ਭਾਰਤ ਵਿੱਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਵਿੱਚ 1986 ਨੂੰ ਹੋਇਆ, ਜਿਸ ਵਿੱਚ ਸਾਰਕ ਦੇ ਸਕੱਤਰ ਦੀ ਸਥਾਪਨਾ ਕੀਤੀ ਗਈ। ਤੀਸਰਾ ਸਿਖਰ ਸੰਮੇਲਨ ਸਾਰਕ ਦਾ ਤੀਸਰਾ ਸਿਖਰ ਸੰਮੇਲਨ 1987 ਨੂੰ ਕਾਠਮਾਂਡੂ ਵਿੱਚ ਹੋਇਆ, ਜਿਸ ਵਿੱਚ ਅੱਤਵਾਦ ਦੇ ਖਾਤਮੇ, ਖਾਦ ਭੰਡਾਰ ਦੀ ਸਥਾਪਨਾ, ਵਾਤਾਵਰਣ ਦੀ ਸੁਰੱਖਿਆ ਸੰਬੰਧੀ ਚਰਚਾ ਕੀਤੀ ਗਈ। ਚੌਥਾ ਸਿਖਰ ਸੰਮੇਲਨ। ਇਸ ਸਿਖਰ ਸੰਮੇਲਨ ਵਿੱਚ ਇਸਲਾਮਾਬਾਦ ਸ਼੍ਰੀਮਤੀ ਬੇਨਜ਼ੀਰ ਭੁੱਟੋ ਦੀ ਅਗਵਾਈ ਵਿੱਚ ਹੋਇਆ। ਇਸ ਵਿੱਚ ਸਿੱਖਿਆ, ਨਸ਼ੀਲੇ ਪਦਾਰਥਾਂ ਦੀ ਰੋਕਥਾਮ, ਨਿਸ਼ਸਤਰੀਕਰਨ ਅਤੇ ਜ਼ੋਰ ਆਦਿ ਚਰਚਾ ਹੋਈ। ਉਸ ਤੋਂ ਬਾਅਦ ਪੰਜਵਾਂ ਸਿਖਰ ਸੰਮੇਲਨ। ਪੰਜਵਾਂ ਸਿਖਰ ਸੰਮੇਲਨ 1990 ਵਿੱਚ ਮਾਲਦੀਵ ਵਿੱਚ ਹੋਇਆ, ਜਿਸ ਵਿੱਚ ਚਿਕਿਤਸਾ ਲੋੜਾਂ, ਖਾੜੀ ਵਿੱਚ ਮੌਜੂਦਾ ਪੈਦਾ ਹੋਏ ਆਰਥਿਕ ਸੰਕਟ 'ਤੇ ਚਰਚਾ ਕੀਤੀ ਗਈ। ਛੇਵਾਂ ਸਿਖਰ ਸੰਮੇਲਨ 21 ਦਸੰਬਰ 1991 ਨੂੰ ਸਾਰਕ ਦਾ 6ਵਾਂ ਸਿਖਰ ਸੰਮੇਲਨ ਕੋਲੰਬੋ ਵਿੱਚ ਹੋਇਆ। ਇਸ ਵਿੱਚ ਵਪਾਰ ਵਧਾਉਣ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ, ਗਰੀਬੀ ਦੇ ਖਾਤਮੇ ਸੰਬੰਧੀ ਪ੍ਰੋਗਰਾਮ ਉਲੀਕੇ ਗਏ। 7ਵਾਂ ਸਿਖਰ ਸੰਮੇਲਨ 10 ਅਪ੍ਰੈਲ 1993 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਹੋਇਆ ਸੀ, ਜਿਸ ਵਿੱਚ ਅੱਤਵਾਦ ਦੇ ਖਾਤਮੇ, ਸਫਤਾ ਸਮਝੌਤੇ ਨੂੰ ਮਨਜ਼ੂਰੀ ਆਦਿ ਕੰਮ ਕੀਤੇ ਗਏ। 8ਵਾਂ ਸਿਖਰ ਸੰਮੇਲਨ 3-4 ਮਈ 1995 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਹੋਇਆ ਸੀ। ਇਸ ਸੰਮੇਲਨ ਵਿੱਚ ਸਫਤਾ ਨੂੰ ਲਾਗੂ ਕੀਤਾ ਗਿਆ ਅਤੇ 1995 ਨੂੰ ਗਰੀਬੀ ਹਟਾਓ ਸਾਲ ਘੋਸ਼ਿਤ ਕੀਤਾ ਗਿਆ। 9ਵਾਂ ਸਿਖਰ ਸੰਮੇਲਨ 1997 ਵਿੱਚ ਮਾਲਦੀਵ ਵਿੱਚ ਹੋਏ। ਇਸ ਸਿਖਰ ਸੰਮੇਲਨ ਵਿੱਚ ਖੇਤਰ ਵਿੱਚ ਸ਼ਾਂਤੀ ਬਣਾਉਣ ਸੰਬੰਧੀ ਪ੍ਰੋਗਰਾਮ ਨਿਰਧਾਰਤ ਕੀਤੇ ਗਏ। ਉਸ ਤੋਂ ਅੱਗੇ 10ਵਾਂ ਸਾਰਕ ਦਾ 10ਵਾਂ ਸਿਖਰ ਸੰਮੇਲਨ 1998 ਨੂੰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਖੇ ਹੋਇਆ, ਜਿਸ ਵਿੱਚ ਵਪਾਰ, ਨਿਵੇਸ਼ ਵਧਾਉਣ, ਵੱਧਦੀ ਜਨਸੰਖਿਆ ਨੂੰ ਰੋਕਣਾ, ਸਿਹਤ, ਪੋਸ਼ਣ, ਬਾਲ ਕਲਿਆਣ ਆਦਿ ਪ੍ਰੋਗਰਾਮ ਉਲੀਕੇ ਗਏ। 11ਵਾਂ ਸਿਖਰ ਸੰਮੇਲਨ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ 2002 ਦੇ ਵਿੱਚ 11ਵਾਂ ਸਿਖਰ ਸੰਮੇਲਨ ਹੋਇਆ। ਇਸ ਵਿੱਚ ਭਾਰਤੀ ਸੰਸਦ 'ਤੇ 2001 ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਗਈ ਅਤੇ ਅੱਤਵਾਦ ਦੀ ਸਮਾਪਤੀ ਲਈ ਦਾ ਵਚਨ ਲਿਆ ਗਿਆ। 12ਵਾਂ ਸਿਖਰ ਸੰਮੇਲਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ 4 ਜਨਵਰੀ 2004 ਨੂੰ ਹੋਏ। ਸੰਮੇਲਨ ਵਿੱਚ ਗਰੀਬੀ ਹਟਾਓ, ਕਰ ਮੁਕਤ ਵਪਾਰ, ਔਰਤਾਂ ਨੂੰ ਜ਼ਿਆਦਾ ਅਧਿਕਾਰ ਦੇਣ ਆਦਿ ਸੰਬੰਧੀ ਚਰਚਾ ਕੀਤੀ ਗਈ। 13ਵਾਂ ਸਿਖਰ ਸੰਮੇਲਨ
ਸਾਰਕ ਦਾ 13ਵਾਂ ਸਿਖਰ ਸੰਮੇਲਨ ਢਾਕਾ ਵਿਖੇ ਵਿੱਚ 2005 ਵਿੱਚ ਹੋਇਆ। ਇਸ ਸਿਖਰ ਸੰਮੇਲਨ ਵਿੱਚ ਅਫਗਾਨਿਸਤਾਨ ਨੂੰ 8ਵੇਂ ਮੈਂਬਰ, ਚੀਨ, ਜਾਪਾਨ ਨੂੰ ਸਾਰਕ ਦਾ ਨਿਗਰਾਨ ਮੈਂਬਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ। ਆਹ ਦੇਖ ਸਕਦੇ ਰਹੇ ਆਪਾਂ ਇਹਦੇ ਵਿੱਚ ਵਿਦਿਆਰਥੀ 2001 ਵਿੱਚ ਹੋਏ ਭਾਰਤੀ ਸੰਸਦ 2016 ਦੇ ਪੂਰੀ ਕਸ਼ਮੀਰ ਹਮਲੇ ਅਤੇ ਇਹਨਾਂ ਦਾ ਸਾਰਕ ਅਤੇ ਕਾਰਗੁਜ਼ਾਰੀ 'ਤੇ ਕੀ ਪ੍ਰਭਾਵ ਪਿਆ ਬਾਰੇ ਇੰਟਰਨੈਟ ਦੀ ਮਦਦ ਨਾਲ ਡਾਟਾ ਇਕੱਠਾ ਕਰਨਗੇ। ਠੀਕ ਹੈ, ਇਹ ਇਕੱਠਾ ਕਰ ਲਓ ਡਾਟਾ ਵੀ ਜਿਹੜਾ ਸਾਰਕ ਦੇ ਸੰਸਦ ਉੱਤੇ ਭਾਰਤ ਦੀ ਅਤੇ ਪੂਰੀ ਦੇ ਵਿੱਚ ਜਿਹੜਾ ਪਾਕਿਸਤਾਨ ਵੱਲੋਂ ਅੱਤਵਾਦੀ ਹਮਲਾ ਉਹਦੇ ਉੱਪਰ ਕੀ ਪ੍ਰਭਾਵ ਪਾਏ। ਅਤੇ ਉਸ ਤੋਂ ਅੱਗੇ 14ਵਾਂ ਸਿਖਰ ਸੰਮੇਲਨ ਸਾਰਕ ਦੇਸ਼ਾਂ ਦਾ 14ਵਾਂ ਸਿਖਰ ਸੰਮੇਲਨ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ 3-4 ਅਪ੍ਰੈਲ 2007 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਹੋਇਆ, ਜਿਸ ਵਿੱਚ ਅਫਗਾਨਿਸਤਾਨ ਨੂੰ ਰਸਮੀ ਤੌਰ 'ਤੇ ਸਾਰਕ ਦਾ ਮੈਂਬਰ ਬਣਾਇਆ ਗਿਆ। ਇਸ ਤੋਂ ਇਲਾਵਾ ਬਿਨਾਂ $300 ਮਿਲੀਅਨ ਦੀ ਮਦਦ ਨਾਲ ਏਸ਼ੀਆਈ ਵਿਕਾਸ ਫੰਡ ਚਾਲੂ ਕੀਤਾ ਗਿਆ। 15ਵਾਂ ਸਿਖਰ ਸੰਮੇਲਨ ਸਾਰਕ ਦਾ 15ਵਾਂ ਸੰਮੇਲਨ 2008 ਵਿੱਚ ਕੋਲੰਬੋ ਵਿੱਚ ਹੋਇਆ, ਜਿਸ ਵਿੱਚ ਐਨਰਜੀ, ਗਰੀਬੀ, ਵਪਾਰ, ਵਾਤਾਵਰਨ ਸੰਭਾਲ ਆਦਿ ਵਿਸ਼ੇ 'ਤੇ ਚਰਚਾ ਹੋਈ। 16ਵਾਂ ਸਿਖਰ ਸੰਮੇਲਨ ਭੂਟਾਨ ਵਿੱਚ 28-29 ਅਪ੍ਰੈਲ ਵਿੱਚ ਪਹਿਲੀ ਵਾਰ ਹੋਇਆ। ਇਸ ਵਿੱਚ ਵਾਤਾਵਰਨ ਤਬਦੀਲੀ, ਹਿਮਾਲਿਆ ਈਕੋਸਿਸਟਮ ਆਦਿ ਟੀਚੇ ਤੈਅ ਕੀਤੇ ਗਏ। 17ਵਾਂ ਸਿਖਰ ਸੰਮੇਲਨ ਮਾਲਦੀਵ ਵਿੱਚ 2011 ਵਿੱਚ ਹੋਇਆ। ਇਸ ਸੰਮੇਲਨ ਵਿੱਚ ਰਾਸ਼ਟਰੀ ਆਪਦਾ ਸਹਿਯੋਗ ਸਾਰਕ ਬੀਜ ਬੈਂਕ ਦੀ ਸਥਾਪਨਾ ਕੀਤੀ ਗਈ। 18ਵਾਂ ਸਿਖਰ ਸੰਮੇਲਨ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ 26-27 ਨਵੰਬਰ 2014 ਨੂੰ ਹੋਇਆ। ਇਸ ਵਿੱਚ ਸ਼ਾਂਤੀ ਅਤੇ ਵਿਕਾਸ ਸਾਰਕ ਸੈਟੇਲਾਈਟ ਸਕੀਮ ਬੰਗਲਾਦੇਸ਼, ਪਾਕਿਸਤਾਨ ਨੂੰ ਛੱਡ ਕੇ ਬਾਕੀ ਦੇਸ਼ਾਂ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਉਸ ਤੋਂ ਅੱਗੇ ਜਿਹੜਾ 19ਵਾਂ ਸਿਖਰ ਸੰਮੇਲਨ ਸੀਗਾ ਜਿਹੜਾ ਉਹ ਰੱਦ ਹੋ ਗਿਆ ਸੀ, ਪਾਕਿਸਤਾਨ ਦੇ ਵਿੱਚ ਹੋਣਾ ਸੀਗਾ। ਉਸ ਤੋਂ ਅੱਗੇ ਯਾਦ ਰੱਖਣ ਯੋਗ ਜਿਹੜੀਆਂ ਗੱਲਾਂ ਨੇਗੀਆਂ, ਸਫਤਾ ਤੋਂ ਭਾਵ ਦੱਖਣੀ ਏਸ਼ੀਆਈ ਵਪਾਰ ਮੁਕਤ ਖੇਤਰ ਤੋਂ ਹੈ। ਇਹ ਸਮਝੌਤਾ ਸਾਰਕ ਦੇਸ਼ਾਂ ਵਿਚਕਾਰ 12ਵੇਂ ਸਿਖਰ ਸੰਮੇਲਨ ਸਮੇਂ 6 ਜਨਵਰੀ 2004 ਨੂੰ ਹੋਇਆ, ਪਰੰਤੂ ਇਸ ਨੂੰ 1 ਜਨਵਰੀ 2006 ਤੋਂ ਲਾਗੂ ਕੀਤਾ ਗਿਆ। ਇਸ ਦਾ ਉਦੇਸ਼ ਸਾਰਕ ਦੇਸ਼ਾਂ ਵਿਚਕਾਰ ਹੋਏ ਵਪਾਰ ਉੱਤੇ ਲੱਗਣ ਵਾਲੇ ਕਰ ਨੂੰ 2016 ਤੱਕ ਬਿਲਕੁਲ ਮੁਫਤ ਕਰਨਾ ਸੀ। ਸਾਰਕ ਵਿਕਾਸ ਫੰਡ 2010 ਵਿੱਚ ਬਣਾਇਆ ਗਿਆ ਸੀ। ਇਸ ਦਾ ਉਦੇਸ਼ ਸਾਰਕ ਦੇਸ਼ਾਂ ਦੇ ਲੋਕਾਂ ਦੀ ਸਮਾਜਿਕ, ਆਰਥਿਕ, ਸੱਭਿਆਚਾਰਕ ਤਰੱਕੀ, ਗਰੀਬੀ ਨੂੰ ਖਤਮ ਕਰਨ ਲਈ ਫੰਡ ਮੁਹੱਈਆ ਕਰਾਉਣਾ ਹੈ। ਅੱਜ ਇਹ 90 ਜ਼ਿਆਦਾ ਅਜਿਹੇ ਪ੍ਰੋਜੈਕਟ ਚਲਾ ਰਿਹਾ ਹੈ। ਸਾਰਕ ਫੂਡ ਬੈਂਕ ਦੀ ਸਥਾਪਨਾ 2007 ਵਿੱਚ 14ਵੇਂ ਸਿਖਰ ਸੰਮੇਲਨ ਵਿੱਚ, ਜੋ ਕਿ ਦਿੱਲੀ
ਵਿੱਚ ਹੋਇਆ ਸੀ ਤੋਂ ਬਾਅਦ ਕੀਤਾ ਗਿਆ। ਇਸ ਦਾ ਉਦੇਸ਼ ਸਾਰਕ ਦੇਸ਼ਾਂ ਦੇ ਲੋਕਾਂ ਨੂੰ ਫੂਡ ਸੁਰੱਖਿਆ ਦੇਣਾ ਹੈ। ਇਸ ਅਧੀਨ ਅਨਾਜ ਭੰਡਾਰ ਰੱਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕੇ। 19ਵਾਂ ਸਿਖਰ ਸੰਮੇਲਨ ਜੋ ਕਿ 15 ਤੋਂ 19 ਨਵੰਬਰ 2016 ਨੂੰ ਇਸਲਾਮਾਬਾਦ ਪਾਕਿਸਤਾਨ ਵਿੱਚ ਹੋਣਾ ਸੀ, ਨੂੰ ਭਾਰਤ ਦੇ ਕਸ਼ਮੀਰ ਸੈਕਟਰ ਵਿੱਚ ਉਰੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਮੇਤ ਕਾਫੀ ਸਾਰਕ ਦੇਸ਼ਾਂ ਦੁਆਰਾ ਬਾਈਕਾਟ ਕਰ ਦਿੱਤਾ ਗਿਆ। ਹੁਣ 20ਵੇਂ ਸਿਖਰ ਸੰਮੇਲਨ ਦਾ ਪ੍ਰੋਗਰਾਮ ਇਸਲਾਮਾਬਾਦ ਹੀ ਰੱਖਿਆ ਗਿਆ ਹੈ। ਉਸ ਤੋਂ ਅੱਗੇ ਸਾਰਕ ਦੀਆਂ ਸਫਲਤਾਵਾਂ। ਸਾਰਕ ਨੇ ਸ਼ਾਂਤੀ ਸੁਭਾਵਨਾ ਦਾ ਪਤਾ ਲਗਾਉਣਾ, ਮੈਂਬਰ ਦੇਸ਼ਾਂ ਦੇ ਲੋਕਾਂ ਵਿਚਕਾਰ ਸੁਣਨ, ਦੇਖਣ, ਆਦਾਨ ਪ੍ਰਦਾਨ ਆਦਿ ਸਾਧਨਾਂ ਰਾਹੀਂ ਚੰਗੇ ਸੰਬੰਧ ਦਾ ਵਿਸਤਾਰ ਹੋਇਆ ਹੈ। ਸਾਂਝੀਆਂ ਸਮੂਹਿਕ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ, ਜਿਵੇਂ ਸਾਰਕ ਖੇਤੀਬਾੜੀ ਸੂਚਨਾ ਕੇਂਦਰ, ਕੁਦਰਤੀ ਆਫਤਾਂ ਨੂੰ ਰੋਕਣ ਲਈ, ਵਾਤਾਵਰਨ ਸੁਧਾਰ ਲਈ ਆਦਿ ਲਈ ਵੀ ਅਨੇਕਾਂ ਯੋਜਨਾਵਾਂ ਬਣਾਈਆਂ ਗਈਆਂ ਹਨ। ਸਾਰਕ ਦੇਸ਼ਾਂ ਨੂੰ ਖਾਦ ਭੰਡਾਰ ਦੀ ਸੁਰੱਖਿਆ ਲਈ ਯਤਨ ਕੀਤੇ ਹਨ। ਮੁਕਤ ਵਪਾਰ ਦੇ ਯਤਨ ਕੀਤੇ ਗਏ ਹਨ। ਅੱਤਵਾਦ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਗਏ ਹਨ। ਸਿੱਖਿਆ ਦਾ ਪ੍ਰਸਾਰ, ਪਾਣੀ ਸੰਭਾਲ, ਸੱਭਿਆਚਾਰਕ ਨੇੜਤਾ ਆਦਿ ਕੰਮ ਕੀਤੇ ਗਏ ਹਨ। ਉਸ ਤੋਂ ਅੱਗੇ ਸਾਰਕ ਦੀਆਂ ਸਫਲਤਾਵਾਂ। ਕਈ ਦੇਸ਼ ਸਾਂਝੇ ਹਿੱਤਾਂ ਦੀ ਥਾਂ ਆਪਸ ਵਿੱਚ ਹੀ ਆਰਥਿਕ ਮੁਕਾਬਲਾ ਕਰ ਰਹੇ ਹਨ, ਜਿਵੇਂ ਕਿ ਭਾਰਤ ਅਤੇ ਸ੍ਰੀਲੰਕਾ। ਚਾਹ ਲਈ ਭਾਰਤ ਪਾਕਿਸਤਾਨ ਦੀ ਕਸ਼ਮੀਰ ਦੁਸ਼ਮਣੀ ਨੇ ਵੀ ਸਾਰਕ ਨੂੰ ਸਫਲ ਬਣਾਇਆ ਹੈ। ਸਾਂਝੇ ਹਿੱਤਾਂ ਦੇ ਰਸਤੇ ਵਿੱਚ ਮੈਂਬਰ ਦੇਸ਼ਾਂ ਦੀਆਂ ਵੱਖ-ਵੱਖ ਰਾਜਨੀਤਿਕ ਪ੍ਰਣਾਲੀਆਂ ਹੋਣ ਕਰਕੇ ਵੀ ਰੁਕਾਵਟ ਪਾਉਂਦੀ ਹੈ। ਅੱਤਵਾਦੀ ਹਮਲਿਆਂ ਕਰਕੇ ਅਕਸਰ ਮੈਂਬਰ ਦੇਸ਼ਾਂ ਦੇ ਸੰਬੰਧ ਸੁਧਰਨ ਦੀ ਥਾਂ 'ਤੇ ਹੋਰ ਖਰਾਬ ਹੋ ਜਾਂਦੇ ਹਨ। ਸਾਰਕ ਵਿੱਚ ਮੈਂਬਰ ਦੇਸ਼ਾਂ ਤੋਂ ਬਿਨਾਂ ਬਾਹਰੀ ਦੇਸ਼ ਜਿਵੇਂ ਚੀਨ, ਅਮਰੀਕਾ ਆਪਣੇ ਹਿੱਤਾਂ ਦੀ ਪੂਰਤੀ ਲਈ ਦਖਲਅੰਦਾਜ਼ੀ ਕਰਦੇ ਰਹਿੰਦੇ ਹਨ। ਸਾਰਕ ਦੁਆਰਾ ਲਏ ਗਏ ਫੈਸਲੇ ਦੇਰੀ ਨਾਲ ਹੀ ਲਾਗੂ ਹੁੰਦੇ ਹਨ, ਜਿਵੇਂ ਕਿ ਸਫਤਾ ਦਾ ਨਿਰਮਾਣ 1998 ਵਿੱਚ ਹੋਇਆ ਸੀ, ਪਰੰਤੂ ਇਸ ਨੂੰ 2006 ਦੇ ਵਿੱਚ ਲਾਗੂ ਕੀਤਾ ਗਿਆ ਸੀ। ਸਿੱਟਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਾਰਕ ਨੇ ਵੱਖ-ਵੱਖ ਸਮੱਸਿਆਵਾਂ ਦੇ ਬਾਵਜੂਦ ਵੀ ਮੈਂਬਰ ਦੇਸ਼ਾਂ ਵਿੱਚ ਖੇਤਰੀ ਸਹਿਯੋਗ ਸਥਾਪਿਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਪਰੰਤੂ ਮੈਂਬਰ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਸਾਰਕ ਦੀਆਂ ਮੀਟਿੰਗਾਂ ਰੱਦ ਕਰਨ ਦੀ ਥਾਂ 'ਤੇ ਆਪਸੀ ਮਤਭੇਦ ਦੂਰ ਕਰਨ ਲਈ ਮੰਚ ਦੇ ਰੂਪ ਵਿੱਚ ਵਰਤਣ ਅਤੇ ਵਿਕਾਸ ਸੰਭਾਵਨਾ ਦੀ 'ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਤਾਂ ਕਿ ਉਪ ਮਹਾਂਦੀਪ ਵਿੱਚ ਸ਼ਾਂਤੀ ਬਣੀ ਰਹੇ ਅਤੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ। ਠੀਕ ਹੈ, ਇਹ ਸੀਗਾ ਬਹੁਤ ਮਹੱਤਵਪੂਰਨ ਟੌਪਿਕ, ਜਿਹੜਾ ਪੇਪਰ ਦੇ ਵਿੱਚ ਅਕਸਰ ਵਿੱਚੋਂ ਜਿਹੜਾ 1-2 ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇਗੇ, ਇਹਨੂੰ ਧਿਆਨ ਨਾਲ ਸੁਣ ਲਿਓ। ਚੈਨਲ ਲਾਈਕ ਕਰੋ, ਸਬਸਕ੍ਰਾਈਬ ਕਰੋ। ਧੰਨਵਾਦ ਜੀ। ਆਪਾਂ 1 ਨੰਬਰ ਵਾਲੇ ਪ੍ਰਸ਼ਨ ਵੀ ਦੇਖ ਲੈਂਦੇ ਜੀ। ਸਾਰਕ ਵਿੱਚ ਸ਼ਾਮਲ ਦੇਸ਼ਾਂ ਦੇ ਨਾਮ ਲਿਖੋ। ਦੂਸਰਾ, ਸਾਰਕ ਦੇ ਹੁਣ ਤੱਕ ਕਿੰਨੇ ਸਿਖਰ ਸੰਮੇਲਨ ਹੋ ਚੁੱਕੇ ਹਨ। ਸਾਰਕ ਵਿੱਚ ਦੇ ਮੌਜੂਦਾ ਮਹਾਸਕੱਤਰ ਦਾ ਕੀ ਨਾਂ ਹੈ। 2 ਅੰਕਾਂ ਵਾਲੇ ਪ੍ਰਸ਼ਨ। ਸਾਰਕ ਦੇ ਕੋਈ 2 ਦੇਸ਼ ਲਿਖੋ। ਸਕੱਤਰ ਦਾ ਮੁੱਖ ਕੰਮ ਕੀ ਹੈ। ਸਾਰਕ ਦੀ ਕੋਈ 2 ਸਫਲਤਾਵਾਂ ਲਿਖੋ। ਉਸ ਤੋਂ ਅੱਗੇ 4 ਨੰਬਰਾਂ ਵਾਲੇ ਪ੍ਰਸ਼ਨ। ਸਾਰਕ ਤੋਂ ਕੀ ਭਾਵ ਹੈ। ਸਫਲਤਾ ਤੋਂ ਕੀ ਭਾਵ ਹੈ। ਸਾਰਕ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ। 6 ਅੰਕਾਂ ਵਾਲੇ ਪ੍ਰਸ਼ਨ ਜਿਹੜੇ ਉਹ ਪੁੱਛੇ ਜਾ ਸਕਦੇ ਰਹੇ ਜੀ ਤੁਹਾਨੂੰ। ਸਾਰਕ ਦੇ ਹੁਣ ਤੱਕ ਹੋਏ ਸਿਖਰ ਸੰਮੇਲਨਾਂ ਦਾ ਵਰਣਨ ਕਰੋ। ਸਾਰਕ ਦੀ ਸਥਾਪਨਾ ਕਿਉਂ ਹੋਈ, ਇਸ ਦੇ ਉਦੇਸ਼ ਦਾ ਵਰਣਨ ਕਰੋ। ਸਾਰਕ ਦੇ ਰਸਤੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਜਾਂ ਅਸਫਲਤਾਵਾਂ ਦਾ ਵਰਣਨ
ਕਰੋ।